ਤੁਸੀਂ ਸ਼ਬਦ ਦਾ ਇਸਤੇਮਾਲ ਕੀਤਾ ਇੱਥੇ ਕਾਤਲ। ਕੌਣ ਨੇ ਕਾਤਲ? ਕਾਤਲ ਪੰਜਾਬ ਪੁਲਿਸ ਦਾ ਉਹ ਟੋਲਾ, ਉਹ ਅਫਸਰ ਨੇ ਜਿਨ੍ਹਾਂ ਦੇ ਇਹਦੇ ਕਤਲ ਕਰਨ ਦੇ ਹੁਕਮ ਦਿੱਤੇ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੰਜਾਬ ਪੁਲਿਸ ਦੇ ਲੋਕ ਨੇ। ਤੁਸੀਂ ਖੁਦ ਪੰਜਾਬ ਪੁਲਿਸ ਤੋਂ ਇੰਸਪੈਕਟਰ ਰਿਟਾਇਰ ਹੋ। ਪੂਰੀ ਜਿਹੜੀ ਹੈਗੀ ਹੈ ਐਨਕਾਊਂਟਰ ਦੇ ਉੱਤੇ ਹੀ ਪੂਰਾ ਸਵਾਲ ਖੜਾ ਕਰ ਦਿੰਦੀ ਹੈ, ਕਿਉਂਕਿ ਤੁਸੀਂ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਇਹ ਬਹੁਤ ਵੱਡਾ ਸ਼ਬਦ ਹੈ। ਉਸ ਬੱਚੇ ਨੂੰ ਇਹ ਇਕੱਲੇ ਕਾਤਲ ਨਹੀਂ ਗਏ ਵੀ ਉਹਨਾਂ ਗੋਲੀਆਂ ਮਾਰ ਕੇ ਮਾਰ ਦਿੱਤਾ, ਇਹਨੂੰ ਕਈ ਘੰਟੇ ਉਹਨਾਂ ਨਿਗਾਹ ਉਹਦੀਆਂ ਹੱਡੀਆਂ ਤੋੜ ਕੇ ਤੇ ਬਹੁਤ ਹੀ ਬੁਰੀ ਤਰ੍ਹਾਂ ਉਹਨੂੰ ਟਾਰਚਰ ਕਰਕੇ ਤੇ ਮਾਰਿਆ। ਕਾਤਲ ਸ਼ਬਦ ਦੇ ਨਾਲ ਹੀ ਛੋਟਾ ਜ਼ਾਲਮਾਨਾ ਤਰੀਕੇ ਨਾਲ ਜਾਂ ਪੁਰਾਣਾ ਮੁਗਲ ਸਮਰਾਜ ਦੌਰਾਨ ਜੋ ਸਿੱਖਾਂ ਨਾਲ ਹੁੰਦਾ ਰਿਹਾ, ਬਿਲਕੁਲ ਉਹਦੀ ਮਿਸਾਲ ਕਾਇਮ ਕਰਤੀ ਆ। ਸਿੱਖਾਂ ਲਈ ਕੋਈ ਸੁਰੱਖਿਅਤ ਥਾਂ ਨਹੀਂ ਰਹੀ, ਇਹ ਦੇਸ਼ 'ਤੇ ਨਹੀਂ ਰਹੀ। ਇਹਨਾਂ ਲੱਖਾਂ ਸਿੱਖ ਬੱਚਿਆਂ ਨੂੰ ਪੰਜਾਬ ਪੁਲਿਸ ਨੇ ਪਿਛਲੇ ਦੌਰਾਨ ਕਤਲ ਕੀਤਾ, ਮੇਰੀਆਂ ਅੱਖਾਂ ਸਾਹਮਣੇ ਕੀਤਾ। ਅਸੀਂ ਉਸ ਟਾਈਮ ਆਪਦੇ ਅਸੀਂ ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਕੀਤਾ, ਪਰ ਦੂਜਿਆਂ ਨੂੰ ਵੀ ਅਸੀਂ ਨਹੀਂ ਰੋਕ ਸਕੇ। ਜਿੰਨਾ ਤਸ਼ੱਦਦ 47 ਤੋਂ ਬਾਅਦ ਸਾਡੇ 'ਤੇ ਹੋਇਆ, ਇੰਨਾ ਅੰਗਰੇਜ਼ ਰਾਜ 'ਚ ਵੀ ਸਾਡੇ 'ਤੇ ਤਸ਼ੱਦਦ ਸਿੱਖਾਂ 'ਤੇ ਨਹੀਂ ਹੋਇਆ। ਪਹਿਲਾਂ ਵੀ ਸਿੱਖਾਂ ਦਾ ਕਤਲੇਆਮ ਪਾਕਿਸਤਾਨ ਦੇ ਨਾਂ 'ਤੇ ਹੀ ਕੀਤਾ ਗਿਆ। ਜਿਹੜੇ ਅਫਸਰ ਆ ਉਹ ਹੀ ਲਾਏ ਜਾਣ ਅੰਗਰੇਜ਼, ਜਿਹੜੇ ਇਨਸਾਫ ਦੇ ਸਕਣ। ਜਿਹੜੇ ਇਹ ਅਫਸਰ ਆਏ ਤੇ ਇੰਨੇ ਕਰਪਟ ਤੇ ਨੀਚ ਤੇ ਲਾਲਚੀ ਹੋ ਗਏ ਆ ਕਿ ਇਹ ਪੈਸੇ ਦੀ ਖਾਤਰ ਤਲੇ ਚੱਟਦੇ ਆ। ਅਫਸਰਾਂ ਦਾ ਇੰਨਾ ਲਾਲਚੀ ਘਟੀਆ ਹੋਣਾ ਹੀ ਥੱਲੇ ਦੀ ਸਾਰੀ ਪੁਲਿਸ ਤੋਂ ਕ੍ਰਾਈਮ ਕਰਾਈ ਜਾਂਦਾ। ਸਰਕਾਰ ਜਿਹੜੀ ਆ ਉਹ ਇਹਨਾਂ ਕਾਤਲਾਂ ਨੂੰ ਬਚਾਉਣ ਲਈ ਆਪਣੀ ਪੂਰਾ ਜ਼ੋਰ ਲਾ ਰਹੀ ਹੈ। ਜੈਪਾਲ ਨੇ ਕਿਸੇ ਨੂੰ ਕੋਈ ਕਦੀ ਮਾੜਾ ਨਹੀਂ ਕਿਹਾ, ਕਿਸੇ ਦਾ ਭਲਾ ਤਾਂ ਭਾਵੇਂ ਕੀਤਾ ਹੋਵੇ, ਉਹਨੇ ਕਦੀ ਕਿਸੇ ਦਾ ਵੀ ਬੁਰਾ ਨਹੀਂ ਕੀਤਾ। ਮੈਨੂੰ SDM ਸਾਹਿਬ ਨੇ ਰਾਤ ਕਿਹਾ ਵੀ ਸਵੇਰੇ ਤੁਸੀਂ ਐਪਲੀਕੇਸ਼ਨ ਲਿਖ ਕੇ ਦਿਓ ਤੇ ਅਸੀਂ PGI ਲਾਸ਼ ਬ੍ਰਿਜ ਕਰ ਦਿਆਂਗੇ, ਪਰ ਸਵੇਰੇ ਉਹਨਾਂ 'ਤੇ ਪਤਾ ਨਹੀਂ ਉੱਤੋਂ ਦਬਾਅ ਪਿਆ ਤੇ ਸਵੇਰੇ ਉਹ ਮੇਰੇ ਕੋਲ ਲੈਟਰ ਤੇ ਲੈ ਲਈ। ਕਹਿੰਦੇ ਜੀ ਹਾਲ ਦੀ ਘੜੀ ਅਸੀਂ ਜਿਹੜਾ ਫਿਰੋਜ਼ਪੁਰ ਹੈਗਾ ਉੱਥੇ ਹੀ ਕਰ ਸਕਦੇ ਹਾਂ, ਹੋਰ ਨਹੀਂ ਕਰ ਸਕਦੇ। ਸਤਿ ਸ੍ਰੀ ਅਕਾਲ, ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਤੇ ਮੈਂ ਆ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। 9 ਜੂਨ ਨੂੰ ਕੋਲਕਾਤਾ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਸੀ, ਜਿਸ ਦੇ ਵਿੱਚ ਗੈਂਗਸਟਰ ਜੈਪਾਲ ਭੁੱਲਰ ਢੇਰ ਕਰ ਦਿੱਤਾ ਗਿਆ ਸੀ, ਨਾਲ ਜਸਪ੍ਰੀਤ ਜੱਸੀ ਵੀ ਢੇਰ ਕਰ ਦਿੱਤਾ ਗਿਆ ਸੀ। ਲੇਕਿਨ ਉਸ ਤੋਂ ਬਾਅਦ ਜਸਪ੍ਰੀਤ ਜੱਸੀ ਦਾ ਤਾਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਲੇਕਿਨ ਜੈਪਾਲ ਭੁੱਲਰ ਦਾ ਹਾਲੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ, ਕਿਉਂਕਿ ਪਰਿਵਾਰ ਦੀ ਮੰਗ ਹੈ ਕਿ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ। ਕਿਉਂਕਿ ਇੱਕ ਜਿਹੜੀ ਸ਼ੰਕਾ ਹੈ, ਪਰਿਵਾਰ ਇਹ ਜਤਾ ਰਿਹਾ ਹੈ ਕਿ ਇਹ ਕਿਤੇ ਨਾ ਕਿਤੇ ਇੱਕ ਫੇਕ ਐਨਕਾਊਂਟਰ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਪੁੱਤ ਨੂੰ ਮਾਰਿਆ ਗਿਆ। ਮੈਂ ਅੱਜ ਫਿਰੋਜ਼ਪੁਰ ਦੇ ਦਸ਼ਮੇਸ਼ ਨਗਰ ਦੇ ਵਿੱਚ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਹੈ, ਜਿੱਥੇ ਅੱਜ ਅਸੀਂ ਘਰ ਦੇ ਅੰਦਰ ਜਾਵਾਂਗੇ, ਤੁਹਾਨੂੰ ਪੂਰੀ ਰਿਪੋਰਟ ਦਿਖਾਵਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਪਰਿਵਾਰ ਦੀ ਹੁਣ ਕੀ ਇੱਕ ਮੰਗ ਹੈ ਕਿ ਹੁਣ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ। ਕਿਉਂ ਜੈਪਾਲ ਭੁੱਲਰ ਦੇ ਐਨਕਾਊਂਟਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਆਖਰ ਹਾਈ ਕੋਰਟ ਨੇ ਦੇ ਵਿੱਚ ਜਦੋਂ ਪਰਿਵਾਰ ਗਿਆ ਤਾਂ ਫਿਰ ਉੱਥੇ ਹਾਈ ਕੋਰਟ ਨੇ ਕਹਿਤਾ ਕਿ ਇਹ ਜਿਹੜਾ ਪੂਰਾ ਮਾਮਲਾ ਹੈ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਹੈ। ਲੇਕਿਨ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕੀਤਾ ਜਦੋਂ ਪਰਿਵਾਰ ਨੇ, ਤਾਂ ਫਿਰ ਸੁਪਰੀਮ ਕੋਰਟ ਦਾ ਰੁਖ ਕਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਜੈਪਾਲ ਭੁੱਲਰ ਦੀ ਪੋਸਟਮਾਰਟਮ ਕਰਵਾਉਣਾ ਹੈ ਦੁਬਾਰਾ, ਤਾਂ ਫਿਰ ਉਹ ਜਿਹੜੀ ਸੁਣਵਾਈ ਹੈ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਹੋਵੇਗੀ। ਅੱਜ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿਉਂ ਐਨਕਾਊਂਟਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਉਹਨਾਂ ਜੈਪਾਲ ਭੁੱਲਰ ਦੇ ਪਿਤਾ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾ ਸਵਾਲ ਇਹੀ ਕਿ ਆਖਰ ਤੁਹਾਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਹੁਣ ਭਰੋਸਾ ਕਿਉਂ ਨਹੀਂ ਹੈ ਕਿ ਜਿਹੜੀ ਇੱਥੇ ਦੀ ਜਿਹੜੀ ਡਿਸਟ੍ਰਿਕਟ ਹਸਪੀਟਲ ਹੈ ਉੱਥੇ ਜਿਹੜੀ ਮ੍ਰਿਤਕ ਦੇਹ ਉਹ ਰੱਖੀ ਜਾਵੇ? ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਹ ਉਸੇ ਪੁਲਿਸ ਵੱਡੇ ਅਫਸਰਾਂ ਜਾਂ DGP ਦੇ ਅੰਡਰ ਹੀ ਆਉਂਦਾ, ਤੇ ਸਾਨੂੰ DC ਸਾਹਿਬ ਨੇ ਪੋਸਟਮਾਰਟਮ ਦੀ ਪਹਿਲਾਂ ਪਰਮਿਸ਼ਨ ਨਹੀਂ ਦਿੱਤੀ। ਤੇ ਸਰਕਾਰ ਜਿਹੜੀ ਆ ਉਹ ਇਹਨਾਂ ਕਾਤਲਾਂ ਨੂੰ ਬਚਾਉਣ ਲਈ ਆਪਣੀ ਪੂਰਾ ਜ਼ੋਰ ਲਾ ਰਹੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਇਹਨਾਂ ਪਾਲਣਾ ਨਹੀਂ ਕੀਤੀ। ਅਸੀਂ ਕੋਰਟ ਦੇ ਵਿੱਚ ਇਹੋ ਹੀ ਅਪੀਲ ਕੀਤੀ ਸੀ ਵੀ ਦੁਬਾਰਾ ਪੋਸਟਮਾਰਟਮ PGI ਜਾਂ ਕਿਸੇ ਹੋਰ
ਇੰਡੀਪੈਂਡੈਂਟ ਹਸਪੀਟਲ ਤੋਂ ਕਰਾਇਆ ਜਾਵੇ। ਉਹ ਪੀਜੀਆਈ ਇਹਨਾਂ ਨੂੰ ਲਾਸ਼ ਉੱਥੇ ਜਾ ਕੇ ਫ੍ਰਿਜ ਕਰਨੀ ਚਾਹੀਦੀ ਸੀ। ਮੈਨੂੰ ਐਸਡੀਐਮ ਸਾਹਿਬ ਨੇ ਰਾਤ ਕਿਹਾ ਵੀ ਸਵੇਰੇ ਤੁਸੀਂ ਐਪਲੀਕੇਸ਼ਨ ਲਿਖ ਕੇ ਦਿਓ ਤੇ ਅਸੀਂ ਉੱਥੇ ਪੀਜੀਆਈ ਲਾਸ਼ ਫ੍ਰਿਜ ਕਰ ਦਿਆਂਗੇ। ਪਰ ਸਵੇਰੇ ਉਹਨਾਂ 'ਤੇ ਪਤਾ ਨਹੀਂ ਉੱਤੋਂ ਦਬਾਅ ਪਿਆ ਤੇ ਸਵੇਰੇ ਉਹ ਮੇਰੇ ਕੋਲ ਲੈਟਰ ਤੇ ਲੈ ਲਈ। ਕਹਿੰਦੇ ਜੀ ਹਾਲ ਦੀ ਘੜੀ ਅਸੀਂ ਜਿਹੜਾ ਫਿਰੋਜ਼ਪੁਰ ਹੈਗਾ ਉੱਥੇ ਹੀ ਕਰ ਸਕਦੇ ਹਾਂ, ਹੋਰ ਨਹੀਂ ਕਰ ਸਕਦੇ। ਤੇ ਲੈਟਰ ਲੈ ਕੇ ਮੈਨੂੰ ਕਿਹਾ ਵੀ ਚੀਫ ਸੈਕਟਰੀ ਦੀ ਪਰਮਿਸ਼ਨ ਲੈ ਕੇ ਤੇ ਅਸੀਂ ਪੀਜੀਆਈ ਕਰ ਦਿਆਂਗੇ। ਪਰ ਅਸੀਂ ਕੁਛ ਜ਼ਰੂਰੀ ਕਾਗਜ਼ਾਤ ਭੇਜਣ ਲਈ ਕਚਹਿਰੀ ਗਏ ਤੇ ਆਉਂਦਿਆਂ ਨੂੰ ਸਾਡੇ ਬੂਹੇ ਅੱਗੇ ਇੱਕ ਨੋਟਿਸ ਜਿਹਾ ਚਿਪਕਾਇਆ ਸੀ ਵੀ ਲਾਸ਼ ਫਿਰੋਜ਼ਪੁਰੀ ਜਿਹੜੀ ਆ ਉੱਥੇ ਭੇਜੀ ਜਾਵੇ। ਤੁਸੀਂ ਸ਼ਬਦ ਦਾ ਇਸਤੇਮਾਲ ਕੀਤਾ ਇੱਥੇ ਕਾਤਲ, ਕੌਣ ਨੇ ਕਾਤਲ? ਕਾਤਲ ਪੰਜਾਬ ਪੁਲਿਸ ਦਾ ਉਹ ਟੋਲਾ, ਉਹ ਅਫਸਰ ਨੇ ਜਿਨ੍ਹਾਂ ਨੇ ਇਹਦੇ ਕਤਲ ਕਰਨ ਦੇ ਹੁਕਮ ਦਿੱਤੇ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੰਜਾਬ ਪੁਲਿਸ ਦੇ ਲੋਕ ਨੇ। ਤੁਸੀਂ ਖੁਦ ਪੰਜਾਬ ਪੁਲਿਸ ਤੋਂ ਇੰਸਪੈਕਟਰ ਰਿਟਾਇਰ ਹੋ, ਬਹੁਤ ਬੜਾ ਸ਼ਬਦ ਜਿਹੜਾ ਤੁਸੀਂ ਇਸਤੇਮਾਲ ਕੀਤਾ ਹੈ ਪੁਲਿਸ ਵਾਸਤੇ, ਇਹ ਪੂਰੀ ਜਿਹੜੀ ਹੈਗੀ ਹੈ ਐਨਕਾਊਂਟਰ ਦੇ ਉੱਤੇ ਹੀ ਪੂਰਾ ਸਵਾਲ ਖੜਾ ਕਰ ਦਿੰਦੀ ਹੈ, ਕਿਉਂਕਿ ਤੁਸੀਂ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਇਹ ਬਹੁਤ ਵੱਡਾ ਸ਼ਬਦ ਹੈ। ਨਹੀਂ, ਇਹ ਤੁਹਾਨੂੰ ਵੱਡਾ ਸ਼ਬਦ ਲੱਗਦਾ, ਇਹ ਛੋਟਾ ਸ਼ਬਦ ਆ। ਇਹਨਾਂ ਨੇ ਪੁਰਾਣੇ ਜਦੋਂ ਦਾ ਸਿੱਖ ਇਤਿਹਾਸ ਦੇ ਸਿੱਖ ਧਰਮ ਪੈਦਾ ਹੋਇਆ, ਸਾਡੇ ਨਾਲ, ਸਾਡੇ ਗੁਰੂਆਂ ਨਾਲ ਤੇ ਹੋਰ ਲੋਕਾਂ ਨਾਲ, ਸਾਡੇ ਸ਼ਹੀਦਾਂ ਨਾਲ, ਜਿਵੇਂ ਸਿੱਖਾਂ ਨਾਲ ਤਸ਼ੱਦਦ ਪਿੱਛੇ ਕਰਦੇ ਆਏ ਸੀ, ਇਹਨਾਂ ਨੇ ਦੁਬਾਰਾ ਹੂ ਉਸੇ ਤਰ੍ਹਾਂ ਹੀ ਕੀਤਾ। ਤੇ ਉਸ ਬੱਚੇ ਨੂੰ ਇਹ ਇਕੱਲੇ ਕਾਤਲ ਨਹੀਂ ਗਏ ਵੀ ਉਹਨਾਂ ਗੋਲੀਆਂ ਮਾਰ ਕੇ ਮਾਰ ਦਿੱਤਾ, ਇਹਨੂੰ ਕਈ ਘੰਟੇ ਉਹਨਾਂ ਨਿੱਕਾ ਉਹਦੀਆਂ ਹੱਡੀਆਂ ਤੋੜ ਕੇ ਤੇ ਬਹੁਤ ਹੀ ਬੁਰੀ ਤਰ੍ਹਾਂ ਉਹਨੂੰ ਟਾਰਚਰ ਕਰਕੇ ਤੇ ਮਾਰਿਆ। ਕਾਤਲ ਸ਼ਬਦ ਇਹਨਾਂ ਲਈ ਛੋਟਾ, ਉਹ ਕੋਈ ਭਿਆਨਕ ਜਾਂਦਿਆਂ ਨਹੀਂ ਇਹਨਾਂ ਗੋਲੀਆਂ ਮਾਰੀਆਂ ਤੇ ਮਾਰ ਦਿੱਤਾ। ਇਹ ਤੇ ਬਹੁਤ ਹੀ ਉਸ ਤਰੀਕੇ ਨਾਲ ਇਹਨਾਂ ਦੇ ਉੱਥੇ ਮੁਲਾਜ਼ਮ ਮਾਰੇ ਗਏ, ਪਤਾ ਨਹੀਂ ਕਿੰਨੇ ਮਾਰੇ ਤੇ ਕਿੰਨੇ ਨਹੀਂ। ਉਹ ਚਿੱਟੇ ਕੱਪੜਿਆਂ 'ਚ ਉੱਥੇ ਠੱਗੀਆਂ ਮਾਰਦੇ ਸੀ, ਕਿਸੇ ਨੇ ਭੁਲੇਖੇ ਨਾਲ ਮਾਰਤੇ ਜਾਂ ਕਿਸੇ ਨੂੰ ਲੁੱਟਣ ਪੈ ਮਾਰੇ ਗਏ। ਉਹਦਾ ਬਦਲਾ ਲੈਣ ਲਈ ਇਹਨਾਂ ਮੇਰੇ ਬੱਚੇ ਦਾ ਤੇ ਨਾਲ ਦੇ ਸਾਥੀ ਦਾ ਬਹੁਤ ਹੀ ਜ਼ਾਲਮਾਨਾ ਤਰੀਕੇ ਨਾਲ, ਜਾਂ ਪੁਰਾਣਾ ਮੁਗਲ ਸਮਰਾਜ ਦੌਰਾਨ ਜੋ ਸਿੱਖਾਂ ਨਾਲ ਹੁੰਦਾ ਰਿਹਾ, ਬਿਲਕੁਲ ਉਹਦੀ ਮਿਸਾਲ ਕਾਇਮ ਕਰਤੀ ਆ। ਸਿੱਖਾਂ ਲਈ ਕੋਈ ਸੁਰੱਖਿਅਤ ਥਾਂ ਨਹੀਂ ਰਹੀ, ਇਹ ਦੇਸ਼ 'ਤੇ ਨਹੀਂ ਰਹੀ। ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ, ਕਿਉਂਕਿ ਇਸ ਤੋਂ ਪਹਿਲਾਂ ਵੀ ਜੇਕਰ ਦੇਖਿਆ ਜਾਵੇ ਤਾਂ ਸ਼ੇਰਾ ਘੁੱਬਨ ਦਾ ਜਿਸ ਤਰੀਕੇ ਦਾ ਐਨਕਾਊਂਟਰ ਕੀਤਾ ਗਿਆ ਸੀ, ਉਸ ਦੇ ਉੱਪਰ ਸਵਾਲ ਖੜੇ ਹੋਏ। ਉਹ ਵੀ ਅੱਜ ਤੱਕ ਜਿਹੜਾ ਫੇਕ ਐਨਕਾਊਂਟਰ ਵਾਲਾ ਕੇਸ ਕੀਤਾ ਹੋਇਆ ਕੋਰਟ ਦੇ ਵਿੱਚ ਵਿਚਾਰਾਧੀਨ ਹੈ, ਕੋਰਟ ਦੇ ਵਿੱਚ ਉਹਦੀ ਵੀ ਸੁਣਵਾਈ ਚੱਲ ਰਹੀ ਹੈ। ਹੁਣ ਇਸ ਤੋਂ ਬਾਅਦ ਇੱਕ ਇਹ ਕਿ ਇਹ ਲੱਗਦਾ ਨਹੀਂ ਕਿ ਠੀਕ ਹੈ, ਜੇ ਕੋਈ ਨੌਜਵਾਨ ਗਲਤ ਰਾਹ 'ਤੇ ਤੁਰ ਜਾਂਦਾ ਹੈ ਤਾਂ ਤੁਹਾਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਕੱਲ੍ਹ ਤੁਸੀਂ ਇੱਕ ਆਡੀਓ ਦਿਖਾਈ ਸੀਗੀ, ਆਡੀਓ ਸੁਣਾਈ ਸੀਗੀ, ਉਹਦੇ ਵਿੱਚ ਕਿੱਥੇ ਸ਼ਾਇਦ ਜੈਪਾਲ ਭੁੱਲਰ ਦੀ ਆਵਾਜ਼ ਸੀਗੀ, ਸ਼ਾਇਦ ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀਗਾ। ਉਹ ਨਹੀਂ, ਹੋਰ ਆਦਮੀ ਦੀ ਆਵਾਜ਼ ਸੀ। ਇਸ ਟਾਈਮ ਮੈਂ ਨਾਂ ਨਹੀਂ ਲਵਾਂਗਾ। ਤੇ ਉਹ ਉੱਥੇ ਮੋਹਾਲੀ ਦੇ ਐਸਐਸਪੀ ਨੂੰ ਆਤਮ ਸਮਰਪਣ ਲਈ ਉਹ ਕਹਿ ਰਿਹਾ ਸੀ, ਪਰ ਉਹਨੇ ਕਿਹਾ ਵੀ ਨਹੀਂ, ਅਸੀਂ ਇਹਨਾਂ ਦਾ ਐਨਕਾਊਂਟਰ ਹੀ ਕਰਨਾ, ਸਾਡੇ ਭਾਈ ਮਾਰੇ ਗਏ ਆ, ਸ਼ਬਦ ਉਹਨਾਂ ਵਰਤਿਆ ਸੀ। ਤੇ ਇਹਨਾਂ ਨੇ ਉੱਤੋਂ ਅਫਸਰਾਂ ਦੇ ਹੁਕਮ ਨਾਲ ਤੇ ਸਿਆਸਤਦਾਨਾਂ ਦੇ ਹੁਕਮ ਨਾਲ ਇਹ ਮੁੰਡਿਆਂ ਨੂੰ ਫੜ ਕੇ ਉਹਨਾਂ ਦੇ ਅੰਨਾ ਅਤਿਆਚਾਰ ਕਰਕੇ ਤੇ ਬਾਅਦ 'ਚ ਉਹਨਾਂ ਨੂੰ ਮਾਰ ਦਿੱਤਾ। ਮੇਰੇ ਕੋਲ ਕੋਈ ਸ਼ਬਦ ਨਹੀਂ ਵੀ ਮੈਂ ਕਿਵੇਂ ਬਿਆਨ ਕਰਾਂ। ਉਹਨਾਂ ਆਪਣੀ ਵੱਲੋਂ ਤੇ ਇਹਨਾਂ ਬਦਲਾ ਲਿਆ। ਕਤਲ ਤੇ ਪੰਜਾਬ ਪੁਲਿਸ ਦੇ ਇਹਨਾਂ ਲੋਕਾਂ ਨੇ ਲੱਖਾਂ ਕੀਤੇ, ਪੰਜਾਬ ਸਾਰੀ ਦੁਨੀਆ ਜਾਣਦੀ, ਪਰ ਇਹ ਕਤਲਾਂ ਤੋਂ ਵੱਖਰੀ ਮਿਸਾਲ ਇੱਕ ਇਹਨਾਂ ਕਾਇਮ ਕੀਤੀ ਹੈ। ਤੁਸੀਂ ਇੰਸਪੈਕਟਰ ਪੰਜਾਬ ਪੁਲਿਸ ਦੇ ਵਿੱਚ ਰਹੇ, ਜਦੋਂ ਤੁਸੀਂ ਔਨ ਡਿਊਟੀ ਸੀਗੇ ਉਦੋਂ ਵੀ ਇਹੋ ਜਿਹੇ ਕੋਈ ਨਾ ਕੋਈ ਕੇਸ ਆਉਂਦੇ ਹੋਣੇ, ਤੁਸੀਂ ਵੇਖੇ ਹੋਣੇ। ਐਦਾਂ ਕਦੀ ਹੋਇਆ ਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਦਿੱਤੀ ਗਈ, ਕਿ ਉਦੋਂ ਜਦੋਂ ਪੂਰਾ ਪਰਿਵਾਰ ਮੰਗ ਰਿਹਾ ਹੈ ਕਿ ਜੋ ਵੀ ਤੁਸੀਂ ਕੀਤਾ ਹੈ, ਕਾਰਵਾਈ ਕੀਤੀ ਹੈ ਪੁਲਿਸ ਦੀ, ਉਹਦੀ ਸਾਨੂੰ FIR ਦੀ ਕਾਪੀ ਵੀ ਦੇ ਦਿਓ, ਕੋਈ ਕਾਪੀ ਦੇ ਦਿਓ ਉਹਦੀ ਪੁਲਿਸ ਕਾਰਵਾਈ ਦੀ? ਐਦਾਂ ਅੱਜ ਤੱਕ ਕਦੀ ਹੋਇਆ ਕਿ ਜੋ, ਕਿਉਂਕਿ ਤੁਸੀਂ ਦੋਵੇਂ ਚੀਜ਼ਾਂ ਮੰਗੀਆਂ ਨੇ, ਤੁਹਾਨੂੰ ਦੋਵੇਂ ਚੀਜ਼ਾਂ ਨੇ ਦਿੱਤੀਆਂ ਗਈਆਂ? ਮੇਰੇ ਵੇਖਣ 'ਚ ਇਸ ਤਰ੍ਹਾਂ ਹੀ ਤਸ਼ੱਦਦ ਹੁੰਦਾ ਰਿਹਾ ਤੇ ਥਾਣਿਆਂ 'ਚ ਅਸੀਂ ਵੇਖਦੇ ਰਹੇ ਹਾਂ, ਹਵਾਲਾ 'ਚੋਂ ਕੱਢ ਕੇ ਬੱਚਿਆਂ ਨੂੰ ਰਾਤ ਨੂੰ
ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਮੁੜ ਕੇ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ, ਅਖਬਾਰ 'ਚ ਸਵੇਰੇ ਬਿਆਨ ਦੇ ਦਿੱਤਾ ਜਾਂਦਾ ਸੀ ਕਿ ਨਾਕਾ ਲਾਇਆ ਸੀ ਜੀ, ਇਸ ਤਰ੍ਹਾਂ ਆਏ ਮਾਰੇ ਗਏ ਤੇ ਕੁਝ ਭੱਜ ਗਏ। ਤੇ ਇਹਨਾਂ ਲੱਖਾਂ ਸਿੱਖ ਬੱਚਿਆਂ ਨੂੰ ਪੰਜਾਬ ਪੁਲਿਸ ਨੇ ਪਿਛਲੇ ਦੌਰਾਨ ਕਤਲ ਕੀਤਾ, ਮੇਰੀਆਂ ਅੱਖਾਂ ਸਾਹਮਣੇ ਕੀਤਾ। ਤੇ ਅਸੀਂ ਉਸ ਟਾਈਮ ਆਪਦੇ ਅਸੀਂ ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਕੀਤਾ, ਪਰ ਦੂਜਿਆਂ ਨੂੰ ਵੀ ਅਸੀਂ ਨਹੀਂ ਰੋਕ ਸਕੇ ਕਿਉਂ ਉਹਦੇ ਅਫਸਰਾਂ ਦੇ ਐਸਐਸਪੀਆਂ ਦੇ ਗੁੱਡਵਿਲ 'ਚ ਹੁੰਦੇ ਸੀ। ਤੇ 5% ਪੰਜਾਬ ਪੁਲਿਸ 'ਚ ਇਹੋ ਜਿਹੇ ਲੋਕ ਹੈ ਜਿਹੜੇ ਕੋਈ ਡਿਊਟੀ ਨਹੀਂ ਕਰਦੇ, ਸਿਰਫ ਕਤਲ ਕਰਦੇ ਆ ਇਹਨਾਂ ਤੇ ਹੋਰ ਲੁੱਟਾਂ ਖੋਹਾਂ 'ਚ ਪੈਸਾ ਕਮਾਉਂਦੇ ਆ। ਮੈਂ ਦੱਸਿਆ ਸੀ ਵੀ ਬਾਕੀ ਸਾਡੇ ਵਰਗੇ ਦੇ ਸੜਕਾਂ 'ਤੇ ਖੜ੍ਹਨ ਵਾਲੇ ਆ, ਇਹਨਾਂ ਦੇ ਮੰਤਰਾਂ ਦੀ ਆਮਦ ਤੇ ਇਹਨਾਂ ਦੀ ਇੱਧਰ ਉੱਧਰ ਜਲਸਿਆਂ ਜਲੂਖਿਆਂ ਦੀ ਰਾਖੀ ਕਰਦੇ, ਪਬਲਿਕ ਦੀ ਨਹੀਂ ਕਰਦੇ, ਇਹਨਾਂ ਸਿਆਸੀ ਲੋਕਾਂ ਦੀ ਕਰਦੇ, ਨੌਕਰੀ ਨਿਕਲ ਜਾਂਦੀ ਹੈ। ਜੈਪਾਲ ਭੁੱਲਰ ਦੇ ਪਿਤਾ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ, ਮ੍ਰਿਤਕ ਦੇ ਤੁਹਾਡੇ ਸਾਹਮਣੇ ਪਈ ਹੈ। 9 ਤਰੀਕ ਨੂੰ ਜਿਹੜਾ ਐਨਕਾਊਂਟਰ ਹੋਇਆ ਸੀ, ਹਰ ਦਿਨ ਜਦੋਂ ਤੁਸੀਂ ਉੱਠਦੇ ਹੋ ਇੱਥੋਂ ਨਿਕਲਦੇ ਹੋਵੋਗੇ, ਤੁਸੀਂ ਰੋਜ਼ ਆਪਣੇ ਬੇਟੇ ਨੂੰ ਸਾਹਮਣੇ ਵੇਖਦੇ ਹੋ ਮਰਿਆ ਪਿਆ, ਲੇਕਿਨ ਹਰ ਦਿਨ ਤੁਹਾਡੇ ਬੇਟੇ ਦੀ ਮੌਤ ਹੁੰਦੀ ਹੈ ਉੱਥੇ ਸਾਹਮਣੇ। ਹੁਣ ਜੈਪਾਲ ਭੁੱਲਰ ਦੇ ਪਿਤਾ ਅੱਗੇ ਕੀ ਕਰਨਗੇ? ਕਿਸ ਤਰੀਕੇ ਦਾ ਇੱਕ ਇਨਸਾਫ ਚਾਹੁੰਦੇ ਨੇ ਜੈਪਾਲ ਭੁੱਲਰ ਦੇ ਪਿਤਾ? ਮੈਂ ਅਦਾਲਤ ਅੱਗੇ ਹੀ, ਮਾਨਯੋਗ ਹਾਈ ਕੋਰਟ ਅੱਗੇ ਹੀ ਮੇਰੀ ਬੇਨਤੀ ਆ ਵੀ ਪਹਿਲਾਂ ਇਹਦਾ ਪੀਜੀਆਈ ਤੋਂ ਪੋਸਟਮਾਰਟਮ ਕਰਾਇਆ ਜਾਵੇ ਤੇ ਉਸ ਤੋਂ ਬਾਅਦ ਬਾਕੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਬਿਲਕੁਲ ਉਹਨਾਂ ਨੇ ਆਪ ਕਰਾਇਆ ਤੇ ਸਰਕਾਰ ਕੋਲ, ਪੰਜਾਬ ਸਰਕਾਰ ਕੋਲ ਮੈਨੂੰ ਕੋਈ ਇੱਕ ਨਿੱਕੇ ਪੈਸੇ ਦੀ ਉਮੀਦ ਨਹੀਂ। ਪੰਜਾਬ ਸਰਕਾਰ ਤੋਂ ਉਮੀਦ ਨਹੀਂ, ਲੇਕਿਨ ਪੰਜਾਬ ਦੇ ਵਿੱਚ ਹੀ ਇਹ ਕੇਸ ਚੱਲੇਗਾ, ਉੱਥੋਂ ਹੀ ਕੇਸ ਚੱਲੇਗਾ, ਤਾਂ ਫਿਰ ਅੱਗੇ ਇਨਸਾਫ ਕਿਵੇਂ ਮਿਲੇਗਾ? ਤੁਸੀਂ ਕੋਰਟ ਦੇ ਵਿੱਚ ਵੀ ਗਏ ਹੋ, ਤੁਸੀਂ ਹਾਈ ਕੋਰਟ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਪਟੀਸ਼ਨ ਲਾਈ ਸੀਗੀ ਦੁਬਾਰਾ ਪੋਸਟਮਾਰਟਮ ਦੀ, ਉਹਨਾਂ ਨੇ ਕਿਹਾ ਸਾਡੇ ਅਧਿਕਾਰ ਖੇਤਰ 'ਚ ਨਹੀਂ, ਤੁਸੀਂ ਕੈਲਕੱਟਾ ਕੋਰਟ ਦੇ ਵਿੱਚ ਜਾਓ। ਉਸ ਤੋਂ ਤੁਸੀਂ ਸੁਪਰੀਮ ਕੋਰਟ ਗਏ ਹੋ, ਸੁਪਰੀਮ ਕੋਰਟ ਨੇ ਤੁਹਾਨੂੰ ਵਾਪਸ ਭੇਜਤਾ। ਦਿਨ ਵਧੀ ਜਾਂਦੇ ਨੇ, ਇਨਸਾਫ ਮਿਲ ਨਹੀਂ ਰਿਹਾ। ਇਸ ਤੋਂ ਪਹਿਲਾਂ ਵੀ ਜਦੋਂ ਆਪਾਂ ਕੇਸ ਦੇਖਦੇ ਇਨਸਾਫ ਨਹੀਂ ਮਿਲਦਾ, ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਇਹੀ ਸਭ ਕੁਝ ਚੀਜ਼ਾਂ ਨੇ। ਕਿੱਥੇ ਇੱਕ ਕਮਜ਼ੋਰੀ ਦਿਖਦੀ ਹੈ? ਲੂਜ਼ ਪੋਲ ਕਿੱਥੇ ਹੈ? ਕਿਉਂ ਇਨਸਾਫ ਮਿਲਣ 'ਤੇ ਇੰਨੀ ਦੇਰੀ ਹੁੰਦੀ ਹੈ? ਦੇਖੋ, ਡੈਮੋਕ੍ਰੇਸੀ ਦੇ ਕੁਛ 3-4 ਥੰਮ ਹੁੰਦੇ ਆ। ਹੁਣ ਕੀ ਹੋਇਆ ਵੀ ਅੰਗਰੇਜ਼ਾਂ ਦਾ ਖੜਾ ਕੀਤਾ ਢਾਂਚਾ, ਉਹਨਾਂ ਦੇ ਬਣਾਏ ਕਾਨੂੰਨ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਮ ਆਪਾਂ ਸੁਣਨੇ ਆ ਵੀ ਜੱਗਾ ਡਾਕੂ ਹੋਇਆ, ਤੇ ਇਹ ਬਿਲਕੁਲ ਔਨ ਦਾ ਰਿਕਾਰਡ ਆ ਵੀ ਉਹਨੂੰ ਉਹਦੇ ਰੋਟੀ ਬਣਾਉਣ ਵਾਲੇ ਨੇ, ਹੁਣ ਇਸ ਟਾਈਮ ਮੈਨੂੰ ਉਹਦਾ ਨਾਂ ਤਾਂ ਨਹੀਂ ਯਾਦ, ਕਿ ਉਹ ਭਗੌੜਾ ਸੀ ਅੱਲਾ ਜੱਗਾ, ਤੇ ਰੋਟੀ ਬਣਾਉਣ ਵਾਲੇ ਨੇ ਉਹਨੂੰ ਜ਼ਹਿਰ ਦੇ ਦਿੱਤਾ ਤੇ ਉਹ ਮਰ ਗਿਆ। ਪੁਲਿਸ ਨੇ ਉਹਨੂੰ ਫੜਿਆ, ਬਾਅਦ 'ਚ ਉਹ ਰੋਟੀ ਬਣਾਉਣ ਵਾਲੇ ਤੇ 302 ਦਾ ਮੁਕੱਦਮਾ ਚੱਲਿਆ ਤੇ ਉਹ ਜੇਲ੍ਹ 'ਚ ਮਰਿਆ। ਅੰਗਰੇਜ਼ ਰਾਜ 'ਚ ਫਿਰ ਵੀ ਕਾਨੂੰਨ ਦਾ ਰਾਜ ਸੀ। ਅੰਗਰੇਜ਼ਾਂ ਨਾਲੋਂ ਸਾਡੇ ਤੇ ਮਤਲਬ ਇਹਨਾਂ ਨੇ ਜਿੰਨਾ ਤਸ਼ੱਦਦ 47 ਤੋਂ ਬਾਅਦ ਸਾਡੇ ਤੇ ਹੋਇਆ, ਇਹਨਾਂ ਅੰਗਰੇਜ਼ ਰਾਜ 'ਚ ਵੀ ਸਾਡੇ ਤੇ ਤਸ਼ੱਦਦ ਸਿੱਖਾਂ ਤੇ ਨਹੀਂ ਹੋਇਆ। ਤੇ ਅਸੀਂ ਗਲਤੀ ਕੀਤੀ ਸਿੱਖਾਂ ਨੇ, ਸਾਡੀਆਂ 90% ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਮਰੇ, ਫਾਂਸੀਆਂ 'ਤੇ ਚੜ੍ਹੇ, ਤੇ ਉਹਨਾਂ ਨੂੰ ਗੁੰਮਰਾਹ ਕਰਕੇ ਆਜ਼ਾਦੀ ਦੇ ਨਾਂ 'ਤੇ ਅੰਗਰੇਜ਼ਾਂ ਨਾਲ ਲੜਾਇਆ ਗਿਆ। ਪਰ ਅਸੀਂ ਉਹਨਾਂ ਤੋਂ ਆਜ਼ਾਦ ਹੋ ਕੇ ਤੇ ਹੋਰ ਕਿਸੇ ਐਸੇ ਲੋਕਾਂ ਦੇ ਗੁਲਾਮ ਹੋ ਗਏ ਜਿਨ੍ਹਾਂ ਨੇ ਉਹ ਸਿਸਟਮ ਹੀ ਅਪੰਗ ਕਰ ਦਿੱਤਾ। ਹੁਣ ਸਿਆਸਤ ਅਮੀਰ ਲੋਕ ਜਿਹੜੇ ਆ ਤੇ ਸਿਆਸਤਦਾਨ ਇੱਕ ਨੇ, ਪੁਲਿਸ ਬਿਲਕੁਲ ਉਹਨਾਂ ਦੀ ਹੱਥ ਟੋਕਾ ਬਣ ਗਈ ਹੈ। ਉਦੋਂ ਅੰਗਰੇਜ਼ ਵੱਡੇ ਅਫਸਰ ਸਨ, ਉਹਨਾਂ ਦਾ ਕੋਈ ਨਾ ਕੋਈ ਇਨਸਾਨੀਅਤ ਸੀ। ਤੇ ਇੱਥੋਂ ਤੱਕ ਕਿ ਕੋਰਟਾਂ ਵੀ ਇਹਨਾਂ ਅੰਡਰ ਪ੍ਰੈਸ਼ਰ ਕਰ ਲਈਆਂ ਨੇ, ਇਕੱਲੀਆਂ ਅਦਾਲਤਾਂ ਬਚੀਆਂ ਸੀ ਉਹ ਵੀ ਇਹਨਾਂ ਅੰਡਰ ਪ੍ਰੈਸ਼ਰ ਤੇ ਆਪਣੇ ਕਰ ਲਈਆਂ ਨੇ। ਘੱਟੋ ਘੱਟ ਸਿੱਖਾਂ ਵਾਸਤੇ ਹੁਣ ਇਸ ਦੇਸ਼ 'ਚ ਇਨਸਾਫ ਲੈਣ ਲਈ ਕੋਈ ਰਾਹ ਨਹੀਂ ਬਚਿਆ। ਜੇ ਕੋਈ ਸਿੱਖ 'ਤੇ ਤਸ਼ੱਦਦ ਹੁੰਦਾ ਤੇ ਉਹਨੂੰ ਮੀਡੀਆ 'ਚ ਕਹਿ ਦਿੱਤਾ ਜਾਂਦਾ ਵੀ ਇਹਦੇ ਪਾਕਿਸਤਾਨ ਨਾਲ ਸੰਬੰਧ ਨੇ, ਤੇ ਪਾਕਿਸਤਾਨ ਨਾਲ ਤਾਂ ਕਹਿ ਦਿੱਤਾ ਜਾਂਦਾ ਵੀ ਉਹ ਇਹਨਾਂ ਦਾ ਦੁਸ਼ਮਣ ਦੇਸ਼ ਆ। ਤੇ ਦੂਜੀ ਕਮਿਊਨਿਟੀ ਬਹੁਤ ਸੰਮਤੀ ਵਾਲੀ ਜਿਹੜੀ ਉਹਦੇ 'ਤੇ ਨਾਰਾਜ਼ ਹੋ ਜਾਂਦੀ ਹੈ ਵੀ ਇਹਦੇ ਪਾਕਿਸਤਾਨ ਦੁਸ਼ਮਣ ਦੇਸ਼ ਨਾਲ ਸੰਬੰਧ ਨੇ। ਤੇ ਜਦੋਂ ਉਹ ਜੀਂਦਾ ਹੁੰਦਾ ਉਦੋਂ ਇਹ ਸੰਬੰਧ ਪੇਸ਼ ਕਿਉਂ ਨਹੀਂ ਕਰਦੇ? ਹੁਣ ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਉਹ ਤੋਂ ਬੈਗ ਫੜਿਆ ਗਿਆ ਤੇ ਬੈਗ ਪਾਕਿਸਤਾਨ ਦਾ ਸੀ, ਦੱਸੋ ਵੀ ਬੈਗ ਕਿਵੇਂ ਆਇਆ? ਇਸ ਕਰਕੇ
ਇਹਨਾਂ ਪੁਲਿਸ ਅਫਸਰਾਂ ਨੇ ਬੜਾ ਵਧੀਆ ਇੱਕ ਤਰੀਕਾ ਲੱਭ ਲਿਆ ਵੀ ਜਿਹਨੂੰ ਮਾਰਨਾ, ਟਾਰਚਰ ਕਰਨਾ, ਨਾਲ ਹੀ ਕਹਿ ਦਿਓ ਜੀ ਇਹਦੇ ਪਾਕਿਸਤਾਨ ਨਾਲ ਸੰਬੰਧ ਆ, ਤਾਂ ਕਿ ਪਬਲਿਕ ਉਹਦੇ ਖਿਲਾਫ ਹੋ ਜੇ। ਹੁਣ ਵੀ ਉਹੀ ਚੀਜ਼ ਜੈਪਾਲ ਭੁੱਲਰ ਦੇ ਨਾਲ ਵੀ ਹੋਈ ਹੈ। ਮੈਂ ਤੁਹਾਡੀ ਗੱਲ ਕੱਟੀ ਹੈ ਕਿ ਜੈਪਾਲ ਭੁੱਲਰ ਨੂੰ ਲੈ ਕੇ ਵੀ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਸੀ ਪਾਕਿਸਤਾਨ ਨਾਲ ਦੇ ਨਾਲ ਸੰਬੰਧ ਨੇ, ਪਾਕਿਸਤਾਨ ਦੇ ਖੁਫੀਆ ਏਜੰਸੀ ISI ਦੇ ਨਾਲ ਸੰਪਰਕ ਨੇ। ਇਹ ਸਾਰੀਆਂ ਚੀਜ਼ਾਂ ਮਤਲਬ ਉਸ ਤੋਂ ਬਾਅਦ ਜੈਪਾਲ ਹੁਣ ਨਹੀਂ ਰਿਹਾ, ਲੇਕਿਨ ਉਹਦੀ ਜਿਹੜੀ ਛਵੀ ਹੈ ਉਸ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਆ ਮੈਂ ਸੁਣਿਆ ਕਦੀ ਕਹਿੰਦਾ ਉੱਥੇ ਲੜਕੀਆਂ ਆਈਆਂ ਸੀ ਜਿੱਥੇ ਉਹ ਰਹਿੰਦਾ ਸੀ, ਇਹ ਸੀ ਲੜਕੀਆਂ ਆਈਆਂ ਤੇ ਫਿਰ ਇਹਨਾਂ ਲੜਕੀਆਂ ਫੜੀਆਂ ਕਿਉਂ ਨਾ। ਤੇ ਇਹ ਬਿਲਕੁਲ ਪਹਿਲਾਂ ਵੀ ਸਿੱਖਾਂ ਦਾ ਕਤਲੇਆਮ ਪਾਕਿਸਤਾਨ ਦੇ ਨਾਂ 'ਤੇ ਹੀ ਕੀਤਾ ਗਿਆ, ਤੇ ਹੁਣ ਵੀ ਸਿੱਖ ਬੱਚੇ ਜਿਹੜੇ ਆ ਇਹ ਭਗੌੜੇ ਨਹੀਂ, ਇਹ ਡਰਦੇ ਮਾਰੇ ਪਰਚੇ ਪੁਲਿਸ ਦਰਜ ਕਰਦੀ ਹੈ। ਜਿੱਥੇ ਝੂਠੇ ਪਰਚੇ ਦਰਜ ਕਰਦੇ ਆ ਉਹ ਇਹਨਾਂ ਦੇ ਟਾਰਚਰ ਤੇ ਜਾਨੋਂ ਮਾਰਨ ਦੇ ਡਰੋਂ ਲੁਕ ਜਾਂਦਾ। ਲੁਕਿਆਂ ਨੂੰ ਇਹ ਭਗੌੜੇ ਆਂਦੇ ਆ। ਦੂਜੀਆਂ ਸਟੇਟਾਂ 'ਚ ਜਾਨਾਂ ਬਚਾ ਕੇ ਲੁਕਦੇ ਆ, ਬਾਹਰ ਨੂੰ ਭੱਜਦੇ ਆ। ਜਿਹੜਾ ਕੋਈ ਡਿੱਕੇ ਚੜ੍ਹਦਾ ਇਹਨਾਂ ਦੀ ਇਸ ਤਰ੍ਹਾਂ ਹੀ ਜੈਪਲ ਵਾਂਗ ਤਸ਼ੱਦਦ ਕਰਕੇ ਮਾਰ ਦਿੰਦੇ ਆ। ਨੌਜਵਾਨਾਂ ਨੂੰ ਕਿਵੇਂ ਇਸ ਰਸਤੇ ਤੋਂ ਮੋੜਿਆ ਜਾਵੇ, ਉਹਦੇ ਵਾਸਤੇ ਕੀ ਕਰਨਾ ਚਾਹੀਦਾ ਤੁਹਾਡੇ ਵੱਲੋਂ? ਤੁਸੀਂ ਆਪਣਾ ਪੁੱਤ ਗਵਾਇਆ ਇਸ ਚੀਜ਼ ਦੇ ਉੱਤੇ, ਅੱਗੇ ਹੋਰਾਂ ਦੇ ਵੀ ਕਈਆਂ ਦੇ ਪੁੱਤ ਉੱਥੇ ਨੇ, ਕਿਵੇਂ ਉਹਨਾਂ ਨੂੰ ਬਚਾਇਆ ਜਾਵੇ, ਕਿਵੇਂ ਉਹਨਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਿਆ ਜਾਵੇ? ਉਹਦੇ ਲਈ ਪੰਜਾਬ ਪੁਲਿਸ 'ਚ ਕੋਈ ਪੁਲਿਸ ਅਫਸਰ ਨਾ ਫਿਰ ਇੰਗਲੈਂਡ ਤੋਂ ਲਿਆ ਕੇ ਕੋਈ ਅੰਗਰੇਜ਼ ਹੀ ਲਾਇਆ ਜਾਵੇ, ਜਿਨ੍ਹਾਂ ਇਹ ਪੁਲਿਸ ਬਣਾਈ ਸੀ ਤੇ ਰੂਲ ਆ, ਤੇ ਜਿਹੜੇ ਅਫਸਰ ਆ ਉਹ ਹੀ ਲਾਏ ਜਾਣ ਅੰਗਰੇਜ਼, ਜਿਹੜੇ ਇਨਸਾਫ ਦੇ ਸਕਣ। ਤੇ ਇਸ ਕਰਕੇ ਜਿਹੜੇ ਇਹ ਅਫਸਰ ਆਏ ਤੇ ਇੰਨੇ ਕਰਪਟ ਤੇ ਨੀਚ ਤੇ ਲਾਲਚੀ ਹੋ ਗਏ ਆ ਕਿ ਇਹ ਪੈਸੇ ਦੀ ਖਾਤਰ ਤਲੇ ਚੱਟਦੇ ਆ। ਅਫਸਰਾਂ ਦਾ ਇੰਨਾ ਲਾਲਚੀ ਘਟੀਆ ਹੋਣਾ ਹੀ ਥੱਲੇ ਦੀ ਸਾਰੀ ਪੁਲਿਸ ਕੋਲ ਕ੍ਰਾਈਮ ਕਰਾਈ ਜਾਂਦਾ। ਹੁਣ ਇੰਨਾ ਨਸ਼ਾ ਵਿਕਦਾ, ਇੰਨਾ ਫੜਦੇ ਆ, ਇੰਨਾ ਕਰਦੇ ਆ, ਫਿਰ ਵਿਕੀ ਜਾਂਦਾ। ਕਿਉਂ ਫੜਦੇ ਕਿਹਨੂੰ ਆ? ਜਿਹੜਾ ਘੱਟ ਪੈਸੇ ਦਿੰਦਾ ਜਾਂ ਕੋਈ ਪੀਣ ਵਾਲਾ ਉਹ ਫੜ ਲਿਆ, ਵਿਕਾਉਂਦੇ ਆਪ ਆ। ਹੁਣ ਤੁਹਾਡੇ ਸਾਹਮਣੇ ਇੱਕ SP ਪੁਲਿਸ ਦਾ ਫੜਿਆ ਗਿਆ, ਜਗਦੀਸ਼ ਭੋਲਾ, ਕਈ ਕਰੋੜ ਦਾ ਉਹ ਰੈਕਟ ਚਲਾਉਂਦਾ ਰਿਹਾ। ਬੜੇ ਇਹੋ ਜਿਹੇ ਆ ਜਿਹੜੇ ਸਮਗਲਰਾਂ ਨਾਲ ਮਲ ਕੇ ਦੇ ਨਸ਼ੇ ਦਾ ਰੈਕਟ ਚਲਾਉਣ ਡਏ ਆ। ਪੰਜਾਬ ਪੁਲਿਸ ਦੇ ਅਫਸਰ ਜਿਹੜੇ ਆ, ਇਹਨਾਂ ਨੇ ਅਥਾਹ ਧਨ ਅੱਤਵਾਦ 'ਚ ਲੋਕਾਂ ਦੀਆਂ ਜ਼ਮੀਨਾਂ ਕਮਾ ਕੇ ਕਤਲ ਕਰਕੇ ਉਹਨਾਂ ਦੇ ਨਾਮ ਰੱਖ ਕੇ ਕਮਾਇਆ। ਉਦੋਂ ਬਾਅਦ ਇਹਨਾਂ ਨਸ਼ੇ ਦਾ ਬਿਜ਼ਨਸ ਤੇ ਹੁਣ ਇਹਨਾਂ ਮੁੰਡਿਆਂ ਨੂੰ ਭਗੌੜੇ ਕਰਕੇ ਪੜ੍ਹੇ ਲਿਖੇ ਪਲੇਅਰ ਸ਼ਰੀਫ ਮੁੰਡਿਆਂ ਨੂੰ ਮੁਕੱਦਮੇ ਝੂਠੇ ਦਰਜ ਕਰਕੇ ਤੇ ਸਿਆਸੀ ਲੋਕਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਜਾਂ ਤੇ ਇਹ ਮੁੰਡੇ ਵੀ ਉਹ ਨੇ ਜਿਨ੍ਹਾਂ ਨੇ ਕਿਸੇ ਸਿਆਸੀ ਲੋਕਾਂ ਦੇ ਗੋਡੇ ਪੈਰ ਨਹੀਂ ਫੜੇ, ਜੇ ਫੜੇ ਹੁੰਦੇ ਤੇ ਚੇਅਰਮੈਨ ਹੁੰਦੇ ਜਾਂ ਹੋਰ ਕਿਸੇ ਉੱਚੇ ਅਹੁਦੇ 'ਤੇ ਹੁੰਦੇ ਤੇ ਇਹ ਬਿਲਕੁਲ ਸੱਚ ਦੇ ਰਾਹ ਪਏ ਤੇ ਇਹਨਾਂ ਮੌਤ ਦੇ ਘਾਟ ਉਤਾਰ ਦਿੱਤੇ। ਜੈਪਾਲ ਭੁੱਲਰ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਹ ਕਦੇ ਕਿਸੇ ਸਿਆਸਤਦਾਨ ਦੇ ਕੋਲ ਨਹੀਂ ਗਿਆ, ਕਦੇ ਉਹ ਕਿਸੇ ਸਿਆਸੀ ਪਾਰਟੀ ਦੇ ਵਿੱਚ ਨਹੀਂ ਹੋਇਆ। ਜੇ ਉਹ ਕਿਸੇ ਦਾ ਲੜ ਫੜ ਲੈਂਦਾ ਤਾਂ ਸ਼ਾਇਦ ਅੱਜ ਜਿੰਦਾ ਹੁੰਦਾ। ਇਕੱਲਾ ਜਿੰਦਾ ਨਾ ਹੁੰਦਾ, ਉਹ ਕੋਈ ਅਹੁਦੇਦਾਰ ਹੁੰਦਾ, ਚੰਗੇ ਅਹੁਦੇ 'ਤੇ ਹੁੰਦਾ, ਕਿਸੇ ਪਾਰਟੀ ਕਿਸੇ ਦੀ ਵੀ ਪਾਰਟੀ 'ਚ ਫੜਿਆ ਜਾਂਦਾ। ਉਹ ਬਹੁਤ ਇੰਟੈਲੀਜੈਂਟ ਬੱਚਾ ਸੀ, ਬਹੁਤ ਸਿਆਣਾ ਸੀ, ਬੜੇ ਉਹਦੇ 'ਚ ਗੁਣ ਸੀ, ਬਹੁਤ ਰਹਿਮਦਿਲ ਸੀ ਤੇ ਬਹੁਤ ਹੀ ਹਰ ਇੱਕ ਨੂੰ ਪਿਆਰ ਕਰਨ ਵਾਲਾ ਸੀ। ਹਰ ਕਿਸੇ ਨਾਲ ਉਹਨੂੰ ਤਾਂ ਕੋਈ ਮਾੜਾ ਵੀ ਬੋਲਦਾ ਤੇ ਅੱਗੋਂ ਹੱਸ ਕੇ ਉਹ ਟਾਲ ਦਿੰਦਾ। ਤੇ ਇਸ ਕਰਕੇ ਉਹ ਜੇ ਸਿਆਸਤ 'ਚ ਹੁੰਦਾ ਤੇ ਮਰਨਾ ਤੇ ਉਹਨੇ ਕਿੱਥੇ ਸੀ। ਉਹ ਚੰਗਾ ਅਹੁਦੇਦਾਰ ਹੁੰਦਾ, MLA ਹੁੰਦਾ। ਇੱਕ ਮੈਂ ਇੱਥੇ ਤੁਹਾਡੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਜੈਪਾਲ ਭੁੱਲਰ ਨੂੰ ਲੈ ਕੇ ਕਿ ਉਹਦਾ ਸੁਭਾਅ ਕੀ ਹੈ। ਮੈਂ ਇੱਕ ਉਹ ਚੀਜ਼ ਜਾਣਨਾ ਚਾਹੁੰਦਾ ਜੈਪਾਲ ਨੂੰ ਲੈ ਕੇ। ਕਹਿੰਦੇ ਇੱਕ ਵਾਰ ਇੱਥੇ ਸਾਹਮਣੇ ਘਰ ਦੇ ਉੱਪਰ ਤੁਹਾਡੇ ਕੋਈ ਚਿੜੀ ਦਾ ਘੋਂਸਲਾ ਬਣਾਇਆ ਹੋਇਆ ਸੀਗਾ, ਉਹ ਡਿੱਗ ਪਿਆ ਸੀਗਾ ਤੇ ਉਹਨੇ ਉਹ ਬੱਚੇ ਵੀ ਬਚਾਏ ਸੀਗੇ ਕਈ ਦਿਨਾਂ ਤੱਕ। ਉਹ ਕਿਹੜੀ ਉਹ ਗੱਲ ਰਹੀ? ਕਿਉਂਕਿ ਉੱਥੋਂ ਵੀ ਪਤਾ ਲੱਗਦਾ ਕਿ ਨਹੀਂ ਜੈਪਾਲ ਭੁੱਲਰ ਇਹੋ ਜਿਹਾ ਬਚਪਨ ਤੋਂ ਨਹੀਂ ਸੀਗਾ। ਨਹੀਂ, ਉਹ ਬਚਪਨ 'ਚੋਂ ਸੀ, ਉਹ ਬਾਅਦ 'ਚ ਵੀ ਨਹੀਂ ਹੋਇਆ। ਉਹਨੂੰ ਸਿਰਫ ਜਦੋਂ ਕੁਛ ਲੋਕ ਦਬਾਉਣ ਲੱਗੇ, ਉਹਨੂੰ ਜਾਨੋਂ ਮਾਰਨ ਲੱਗੇ ਤੇ ਉਹ ਘਰੋਂ ਚਲਾ ਗਿਆ। ਕੋਈ ਆਪਣੇ ਦੁਸ਼ਮਣਾਂ ਨੂੰ ਉਹਨੇ ਮਾਰਿਆ ਵੀ ਹੋਏਗਾ ਤੇ ਉਹ ਵੀ ਦੁਸ਼ਮਣ ਜਿਹੜੇ ਉਹਦੇ ਮਗਰ ਪਏ ਸੀ ਬਿਲਕੁਲ ਤੇ ਉਹ ਕਰਨ ਵਾਲੇ। ਅਦਰਵਾਈਜ਼ ਉਹਨੇ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ, ਕਿਸੇ ਤੋਂ ਉਹਨੇ ਪੈਸਾ ਇਕੱਠਾ ਨਹੀਂ ਕੀਤਾ। ਕਿਸੇ ਇੱਥੇ ਸਾਰਾ ਸ਼ਹਿਰ ਹੈ, ਕੋਈ ਇੱਕ ਬੰਦਾ ਕਹਿ ਦੇ ਉਹਦੇ ਨਾਂ 'ਤੇ ਹੋਰ ਲੋਕ ਇੱਧਰ ਉੱਧਰ ਠੱਗੀਆਂ ਮਾਰਦੇ ਰਹੇ ਤੇ ਉਹ ਰੋਕਦਾ ਰਿਹਾ। ਮੈਂ ਵੀ ਲੋਕਾਂ ਨੂੰ ਲਾਨੀਆਂ ਕਿਹਾ ਵੀ ਕੋਈ ਬੰਦਾ ਕੋਈ ਇਹੋ ਜਿਹੀ ਕਰਦਾ ਤੇ ਮੈਨੂੰ ਦੱਸੋ।
ਤੇ ਜੈਪਾਲ ਨੇ ਕਿਸੇ ਨੂੰ ਕੋਈ ਕਦੀ ਮਾੜਾ ਨਹੀਂ ਕਿਹਾ, ਕਿਸੇ ਦਾ ਭਲਾ ਤੇ ਭਾਵੇਂ ਕੀਤਾ ਹੋਵੇ, ਉਹਨੇ ਕਦੀ ਕਿਸੇ ਦਾ ਵੀ ਬੁਰਾ ਨਹੀਂ ਕੀਤਾ। ਇਹ ਤੇ ਸਿਆਸੀ ਲੋਕਾਂ ਨੇ ਹੀ ਕਤਲ ਕਰਾਇਆ ਵੀ ਉਹਨੂੰ ਆਮ ਕਰਕੇ ਜਿਹੜੇ ਮੁੰਡੇ ਆ ਉਹਨੂੰ ਪਿਆਰ ਕਰਦੇ ਸੀ, ਪਰ ਉਹਨੂੰ ਡਰ ਸੀ ਵੀ ਮੈਂ ਜੇ ਪੇਸ਼ ਹੋਇਆ ਮੈਨੂੰ ਮਾਰ ਦੇਣਗੇ। ਉਹ ਗੱਲ ਹੋਈ, ਉਹਨੂੰ ਇਹਨਾਂ ਮਾਰ ਦਿੱਤਾ। ਆਰੋਪ ਤਾਂ ਤੁਹਾਡੇ ਉੱਤੇ ਵੀ ਲੱਗਿਆ, ਜੈਪਾਲ ਦੀ ਮਾਤਾ ਜੀ ਦੇ ਉੱਪਰ ਵੀ ਲੱਗਿਆ, ਤੁਹਾਡੇ ਉੱਪਰ ਵੀ ਲੱਗਿਆ ਕਿ ਜੈਪਾਲ ਲੁੱਟ ਕੇ ਲੈ ਕੇ ਆਉਂਦਾ, ਤੁਹਾਨੂੰ ਫੜਾ ਦਿੰਦਾ ਹੈ। ਤੁਹਾਡਾ ਛੋਟਾ ਬੇਟਾ ਵੀ ਇਸ ਵੇਲੇ ਬਠਿੰਡਾ ਜੇਲ੍ਹ ਦੇ ਵਿੱਚ ਹੈ। ਗੱਲਬਾਤ ਹੋਈ ਅੰਮ੍ਰਿਤ ਦੇ ਨਾਲ? ਪਹਿਲਾਂ ਤੇ ਮੈਨੂੰ ਉਹ ਦੱਸੋ ਵੀ ਮੇਰੇ ਤੇ ਆਰੋਪ ਕਿ ਕਦੋਂ ਲੱਗਿਆ ਤੇ ਕਿਹਨੇ ਲਾਇਆ, ਦੱਸੋ ਤਾਂ ਸਹੀ। ਪੁਲਿਸ ਦੇ ਵੱਲੋਂ ਇਹ ਆਰੋਪ ਲਾਇਆ ਜਾਂਦਾ ਸੀ, ਤੁਹਾਡੇ ਉੱਪਰ ਵੀ ਕਈ ਪਰਚੇ ਜਿਹੜੇ ਹੈਗੇ ਆ, ਕਹਿੰਦੇ ਪੁਲਿਸ ਦੇ ਵੱਲੋਂ ਤੁਹਾਡੇ ਉੱਪਰ ਪਾਏ ਗਏ ਸੀਗੇ, ਤੁਹਾਡੇ ਪਰ ਆਰੋਪ ਲਾਇਆ ਗਿਆ ਸੀਗਾ ਕਿ ਨਹੀਂ, ਤੁਹਾਡੇ ਉੱਪਰ ਕੁਝ ਕੇਸ ਵੀ ਦਰਜ ਕੀਤੇ ਗਏ ਸੀ, ਤੁਹਾਨੂੰ ਵੀ ਤਸੱਦਦ ਹਟਾਉਣ ਦੀ ਕੋਸ਼ਿਸ਼। ਛੀਨਾ ਜੀ ਨਾਲ ਮੇਰੀ ਅੱਜ ਗੱਲ ਹੋਈ, ਜਿਹੜੇ ਐਡਵੋਕੇਟ ਛੀਨਾ ਨੇ, ਜੈਪਾਲ ਦਾ ਉਸਤਾਦ। ਇਹ ਬਿਲਕੁਲ ਝੂਠ ਆ। ਸਾਡੇ ਤੇ ਕੋਈ ਕਿਸੇ ਨੇ ਆਰੋਪ ਨਹੀਂ ਲਾਇਆ ਵੀ ਲੁੱਟ ਕੇ ਲਿਆਉਂਦਾ ਸੀ ਤੇ ਦਿੰਦਾ ਸੀ, ਤੇ ਲੁੱਟਦਾ ਲੈਂਦੇ ਸੀ ਤੇ ਉਹਦੀ ਮਾਤਾ ਜੀ ਤੇ। ਸਾਡੇ ਤੇ ਨਾ ਪਨਾਹ ਦਾ ਕੇਸ ਜ਼ਰੂਰ ਪਾਇਆ ਵੀ ਉਹ ਵੀ ਘਰੋਂ ਖੜ ਕੇ ਸਾਨੂੰ ਉੱਥੇ ਤੇ ਸਾਡੇ ਰਿਸ਼ਤੇਦਾਰ ਲਿਆ ਕੇ ਵੀ ਇਹ ਜੈਪਾਲ ਨੂੰ ਪਨਾਹ ਦਿੰਦੇ ਆ। ਸਿਰਫ ਆਹ ਕੇਸ ਆ। ਬਾਕੀ ਜਿਹੜਾ ਉਹ ਬਿਲਕੁਲ ਤੁਹਾਨੂੰ ਜੇ ਕਿਸੇ ਨੇ ਕਹੇ ਤੇ ਝੂਠ ਗਿਆ, ਜਾਂ ਉਹਨੂੰ ਪਤਾ ਨਹੀਂ ਜਾਂ ਉਹ ਬੰਦਾ ਝੂਠ ਬੋਲਦਾ। ਗੱਲਾਂ ਪੂਰੀਆਂ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਇਹ ਔਨ ਦਾ ਰਿਕਾਰਡ ਹੁੰਦਾ, ਜੇ ਕੋਈ ਪਰਚਾ ਹੁੰਦਾ ਤੇ ਰਿਕਾਰਡ 'ਚ ਦਰਜ ਹੁੰਦਾ, ਉਹ ਇਸ ਤਰ੍ਹਾਂ ਗੱਲਾਂ ਨਾਲ ਜਾਂ ਮੂੰਹ ਨਾਲ ਥੋੜ੍ਹਾ ਦਰਜ ਹੋ ਜਾਂਦਾ। ਤੇ ਸਾਡੇ ਤੇ ਕਦੀ ਵੀ ਇਹੋ ਜਿਹਾ ਲੁੱਟ ਦਾ ਜਾਂ ਪੈਸੇ ਲੈਣ ਦਾ ਜਾਂ ਕੋਈ ਕਰਨ ਦਾ ਕਦੀ ਇਲਜ਼ਾਮ ਵੀ ਨਹੀਂ ਲੱਗਾ, ਤੇ ਨਾ ਅਸੀਂ ਕਦੀ ਕੋਈ ਪੈਸਾ ਲਿਆ। ਜੇ ਉਹ ਕੋਈ ਇਹੋ ਜਿਹਾ ਵਾਜਾਤ ਸੀਨਾ ਬਿਆਨ ਦੇ ਗਿਆ ਤੇ ਉਹਦੀ ਮੂਰਖਤਾ ਜਾਂ ਉਹ ਸਾਡੇ ਵਿਰੁੱਧ ਜਾਂ ਆਪਣੀ ਉਹ ਚਮਕਾਉਣਾ ਚਾਹੁੰਦੀ ਉਹ ਦੇ ਗਿਆ। ਇਹੋ ਜਿਹੇ ਬਥੇਰੇ ਤੁਰੇ ਫਿਰਦੇ। ਅੰਮ੍ਰਿਤ ਨਾਲ ਗੱਲ ਹੁੰਦੀ ਹੈ ਜੀ ਕਦੀ? ਅੰਮ੍ਰਿਤ ਨਾਲ ਉਸ ਤੋਂ ਬਾਅਦ ਗੱਲ ਹੋਈ ਤੁਹਾਡੀ? ਕਿਉਂਕਿ ਹੁਣੀ ਸੰਸਕਾਰ ਦੇ ਵਾਸਤੇ ਵੀ ਉਸ ਦਿਨ ਆਇਆ ਸੀਗਾ, ਉਸ ਤੋਂ ਬਾਅਦ ਮੁੜ ਗਿਆ, ਸੰਸਕਾਰ ਨਹੀਂ ਹੋ ਪਾਇਆ। ਗੱਲ ਹੋਈ ਤੁਹਾਡੀ? ਅੰਮ੍ਰਿਤ ਨਾਲ ਮੇਰੇ ਫੋਨ ਤੇ ਹੀ ਗੱਲ ਹੁੰਦੀ ਆ, ਤੇ ਫੋਨ ਉਹਦਾ ਆਉਂਦਾ ਜੇਲ੍ਹ 'ਚੋਂ, ਤੇ ਰੋਜ਼ ਪੁੱਛਦਾ ਮੈਨੂੰ ਵੀ ਵੀਰੇ ਦਾ ਕੀ ਬਣਿਆ। ਅੰਮ੍ਰਿਤ ਨੂੰ ਵੀ ਝੂਠੇ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਝੂਠੇ ਕੇਸ ਨੇ ਸਾਰੇ? ਹਾਂ, ਇਹੋ ਜਿਹੇ ਝੂਠੇ ਕੇਸ ਵਰਤੇ ਪਾਏ ਜੈਪਾਲ ਦੇ ਭਗੌੜੇ ਕਰਕੇ ਹੀ ਪਾਏ ਜਾਂਦੇ ਆ। ਤੇ ਸਾਡੇ ਤੇ ਵੀ ਝੂਠੇ ਕੇਸ ਜਿਹੜੇ ਆ ਪਨਾਹ ਪਨੂੰਦੇ ਤੇ ਭਗੌੜੇ ਕਰਕੇ ਦਬਾਅ ਬਣਾਉਣ ਲਈ ਪਾਏ ਜਾਂਦੇ ਆ, ਜਾਂ ਤੰਗ ਪਰੇਸ਼ਾਨ ਕਰਨ ਲਈ ਪਾਏ ਜਾਂਦੇ ਆ, ਅਦਰਵਾਈਜ਼ ਨਹੀਂ। ਮੰਗ ਤੁਹਾਡੀ ਅਖੀਰ ਦੇ ਵਿੱਚ ਕੀ ਹੈ ਕਿ ਦੁਬਾਰਾ ਪੋਸਟਮਾਰਟਮ, ਉਸ ਤੋਂ ਬਾਅਦ ਅਗਲੀ ਕਾਰਵਾਈ ਤੁਹਾਡੇ ਵੱਲੋਂ ਹੋਵੇਗੀ? ਹੁਣ ਤੁਹਾਡੇ ਸਾਹਮਣੇ ਹੀ ਆ, ਤੁਸੀਂ ਲੋਕਾਂ ਨੂੰ ਦੱਸੋ ਵੀ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਸਾਡੇ ਗਿਆ ਉੱਥੇ ਪਰ ਪਰਚਾ ਤੇ ਚਿਪਕਾ ਗਏ ਤੇ ਕਾਰਵਾਈ ਕੋਈ ਵੀ ਨਹੀਂ ਕੀਤੀ। ਹੁਣ ਇਹਨਾਂ ਕੋਲ ਇੱਕ ਉੱਥੇ ਕਿਸੇ ਦੀ ਦਾਨ ਕੀਤੀ ਹੋਈ ਕੈਂਡੀ ਪਈ ਹੈ, ਤੇ ਉਹ ਮੇਰੀ ਗੱਲ ਹੋਈ, ਐਸਡੀਐਮ ਸਾਹਿਬ ਆਂਦੇ ਵਿਹਲੀ ਪਈ ਆ, ਤੇ ਮੈਂ ਕਿਰਾਇਆ ਤੱਕ ਦੇ ਦਿੰਦੇ ਆ ਤੁਹਾਨੂੰ, ਆ ਫੋਨ ਰਿਕਾਰਡ ਐਸਡੀਐਮ ਸਾਹਿਬ ਦੀ ਸੁਣਾ ਦਿੰਦੇ ਆ। ਤੇ ਉਹਨੇ ਕਿਹਾ ਮੈਂ ਹੁਣੇ ਭੇਜਦਾ, ਤੇ ਉਸ ਤੋਂ ਬਾਅਦ ਕੁਛ ਵੀ ਨਹੀਂ। ਤੇ ਨਾ ਡਾਕਟਰ ਸਾਹਿਬ ਫੋਨ ਚੁੱਕ ਰਹੇ ਆ, ਉੱਥੇ ਗਏ ਆ, ਸਾਨੂੰ ਹਸਪਤਾਲ 'ਚ ਕੋਈ ਨਹੀਂ ਮਿਲਿਆ। ਸਿਰਫ ਉਹ ਨੋਟਿਸ 'ਚ ਸੁਪਰੀਮ ਕੋਰਟ ਦੇ ਆਰਡਰ ਦਾ ਸਾਡੇ ਘਰ ਅੱਗੇ ਨੋਟਿਸ 'ਚ ਪਕਾ ਕੇ ਹੀ ਉਹਨਾਂ ਜ਼ਿੰਮੇਵਾਰੀ ਟਾਲਤੀ। ਇਸ ਲਾਸ਼ ਦੀ ਸਾਂਭ ਸੰਭਾਲ ਲਈ ਉਹਨਾਂ ਕੁਛ ਨਹੀਂ ਕੀਤਾ। ਤਾਂ ਇਹ ਸਰ ਮੇਰੇ ਨਾਲ ਜੈਪਾਲ ਭੁੱਲਰ ਦੇ ਪਿਤਾ। ਸੁਪਰੀਮ ਕੋਰਟ ਦਾ ਆਦੇਸ਼ ਆਇਆ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਜਿਹੜੀ ਕਾਪੀ ਹੈਗੀ ਹੈ, ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਮਿਲ ਕੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਸੀ ਜੈਪਾਲ ਭੁੱਲਰ ਦੀ ਮ੍ਰਿਤਕ ਦੇ ਜਿਹੜੀ ਘਰ ਦੇ ਵਿੱਚ ਪਈ ਹੈ ਉਸ ਨੂੰ ਪ੍ਰੀਜ਼ਰਵ ਕਰਨ ਦੇ ਵਾਸਤੇ ਕੋਈ ਕਦਮ ਚੁੱਕਣੇ ਚਾਹੀਦੇ ਸੀ। ਸਿਰਫ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਅਗਲੇ ਦਿਨ ਸਿਰਫ ਇੰਨਾ ਕੁਝ ਹੀ ਕੀਤਾ ਹੈ ਕਿ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਮੇਨ ਗੇਟ ਦੇ ਵਿੱਚ ਆਰਡਰ ਦੀ ਕਾਪੀ ਚਿਪਕਾ ਦਿੱਤੀ ਹੈ। ਯਾਨੀ ਕਿ ਕੰਮ ਇੱਥੇ ਹੀ ਮੁੱਕ ਗਿਆ। ਕਾਗਜ਼ਾਂ ਦੇ ਵਿੱਚ ਜੈਪਾਲ ਭੁੱਲਰ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਪ੍ਰੀਜ਼ਰਵ ਹੋ ਚੁੱਕੀ ਹੈ। ਇੱਥੋਂ ਸਵਾਲ ਹੁੰਦਾ ਹੈ, ਇੱਥੋਂ ਤੁਸੀਂ ਸਮਝ ਸਕਦੇ ਹੋ, ਪੰਜਾਬ ਦੀ ਜਨਤਾ ਇੱਥੋਂ ਸਮਝ ਸਕਦੀ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਇੱਕ ਜਿਹੜੀ ਹੈਗੀ ਹੈ ਲਾਪਰਵਾਹੀ ਪੰਜਾਬ ਪੁਲਿਸ ਦੇ ਸਤਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਜਿਹੜੇ ਸੰਗੀਨ ਇਲਜ਼ਾਮ ਜੈਪਾਲ ਭੁੱਲਰ ਦੇ ਪਿਤਾ ਨੇ ਲਾਏ ਨੇ, ਜਿਹੜੇ ਪੰਜਾਬ ਪੁਲਿਸ ਤੋਂ ਇੰਸਪੈਕਟਰ ਰਿਟਾਇਰ ਹੋਏ ਨੇ, ਉਹ ਵੀ ਜਿਹੜੇ ਇਲਜ਼ਾਮ ਨੇ ਕਿਤੇ ਕੀਤੇ ਉਹ ਵੀ ਦੱਸਦੇ ਨੇ ਕਿ ਆਖਰ ਹੁਣ ਪੰਜਾਬ ਪੁਲਿਸ ਦੇ ਉੱਤੇ ਲੋਕਾਂ ਦਾ ਜਿਹੜਾ ਭਰੋਸਾ ਹੈ ਕਿਉਂ ਟੁੱਟਦਾ ਜਾ ਰਿਹਾ ਹੈ, ਕਿਉਂ ਲਗਾਤਾਰ ਪੰਜਾਬ ਪੁਲਿਸ ਨੂੰ ਹੁਣ ਲੋਕ ਉਹਨਾਂ ਦੇ ਉੱਤੇ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਦੇ ਨੇ। ਲੇਕਿਨ ਵੇਖਣਾ ਹੀ ਹੋਵੇਗਾ ਕਿ ਆਖਰ ਜੈਪਾਲ ਭੁੱਲਰ ਦੀ ਜਿਹੜੀ ਮ੍ਰਿਤਕ ਦੇਹ ਪਈ ਹੈ ਕਿ ਹਾਈ ਕੋਰਟ ਦੇ ਵੱਲੋਂ ਦੁਬਾਰਾ ਪੋਸਟਮਾਰਟਮ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਜੋ ਅਧਿਕਾਰ ਇੱਕ
ਆਮ ਨਾਗਰਿਕ ਦਾ ਹੈਗਾ ਵੀ ਹੈ ਤੇ ਸੰਵਿਧਾਨ ਦੀ ਧਾਰਾ ਵੀ 21 ਦੀ ਧਾਰਾ ਵੀ ਇਹੀ ਕਹਿੰਦੀ ਹੈ ਕਿ ਹਰ ਪਿਤਾ ਨੂੰ ਇਹ ਜਾਣਨ ਦਾ ਹੱਕ ਹੈ, ਉਹਦੇ ਪਰਿਵਾਰ ਨੂੰ ਇਹ ਜਾਣਨ ਦਾ ਹੱਕ ਹੈ ਕਿ ਆਖਰ ਉਹਨਾਂ ਦੇ ਮੁੰਡੇ ਦੀ ਜਿਹੜੀ ਡੈਥ ਹੈ, ਕਤਲ ਹੈ ਜਾਂ ਮੌਤ ਹੈ, ਕਿਵੇਂ ਹੋਇਆ ਹੈ, ਕਿਹਨਾਂ ਕਾਰਨਾਂ ਤੇ ਹੋਇਆ, ਪੂਰੀ ਉਹ ਜਾਣ ਸਕਦੇ ਤੇ ਇਸ ਦੇ ਵਾਸਤੇ ਦੁਬਾਰਾ ਪੋਸਟਮਾਰਟਮ ਦੀ ਜਿਹੜੀ ਮੰਗ ਹੈ ਜੈਪਾਲ ਭੁੱਲਰ ਦਾ ਪਰਿਵਾਰ ਕਰ ਰਿਹਾ ਹੈ। ਕੈਮਰਾਮੈਨ ਭਾਨੂ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ।